ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਮਨ ਪੁਰਖ ਧਿਆਏ ਵਰ ਦਾਤਾ ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵਹੁ। ਗਾਵਹੁ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਾਰੇ। ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੈ। ਗਾਵੈ ਇੰਦਰਾਦ ਭਗਤ ਪਹਿਰਲਾਦਕ ਆਤਮ ਰਸ ਜਿਨ ਜਾਣਿਓ। ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ ਪ੍ਰਾਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ ਜਿਉ ਬੁਲਾਵੈ ਤਿਉ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ। ਜਗਤੇਸ਼ਵਰ ਹੈ ਪਰਮੇਸ਼ਵਰ ਸਰੂਪ। ਗੁਰਗੱਦੀ ਤੇ ਸੁਭਾਏ ਮਾਨ ਸ਼ਬਦ ਗੁਰੂ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਮ ਚੋਟਾਂ ਖਾਵੈ। ਵਿਣ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਪਰੀਜੈ। ਜੀਓ ਦੇ ਮਹਾਂਵਾਕ ਅਨੁਸਾਰ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਬੜੇ ਪਿਆਰ ਨਾਲ ਧੁਰ ਕੀ ਬਾਣੀ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ।
ਰੱਬੀ ਬਾਣੀ ਆਸਾਜੀ ਦੀ ਵਾਰ ਦਾ ਕੀਰਤਨ। ਆਪ ਜੀ ਨੇ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਰਾਜ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਮਾਂ ਹੋਇਆ ਹੈ, ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦਾ। ਜੋ ਪਾਵਨ ਬਚਨ ਆਪ ਜੀ ਨੇ ਪਾਠ ਰੂਪ ਦੇ ਅੰਦਰ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਭਾਈ ਸੁੱਚਾ ਸਿੰਘ ਜੀ ਉਹਨਾਂ ਪਾਸੋਂ ਬੜੇ ਪਿਆਰ ਦੇ ਨਾਲ ਇਕਾਗਰ ਚਿੱਤ ਹੋ ਕੇ ਸਰਵਣ ਕੀਤੇ ਹਨ। ਇਹ ਪਾਵਨ ਬਚਨ ਬਿਲਾਵਲ ਰਾਗ ਦੇ ਅੰਦਰ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਥਿਤ ਦੇ ਸਰਲੇਖ ਹੇਠ ਸਤਿਗੁਰੂ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤਾ ਹੈ, ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ। ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਤਿਗੁਰੂ ਆਪਣਾ ਰਹਿਮਤਾਂ ਭਰਿਆ ਹੱਥ ਰੱਖ ਕੇ ਆਪ ਕਰਵਾ ਲੈਣ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਸੰਗਤਾਂ ਦੇ ਚਰਨਾਂ ਬੇਨਤੀ ਹੈ, ਕਰੋ ਮਨ ਬਿਰਤੀਆਂ ਇਕਾਗਰ, ਸੁਰਤ ਨੂੰ ਗੁਰੂ ਦੇ ਸ਼ਬਦ ਜੋੜਨ ਦਾ ਯਤਨ ਕਰੋ, ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਹ ਦੇਖੂੰ ਤਹ ਏਕੋ ਏਕਾ, ਹੋਰ ਜੀ ਉਪਾਏ ਵੇਕੋ ਵੇਕਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਜੈ ਦੇਖੂ ਮੈਂ ਜਿੱਧਰ ਵੀ ਵੇਖਦਾ ਹਾਂ ਤਹ ਇੱਕੋ ਏਕਾ, ਇੱਕ ਪਰਮਾਤਮਾ ਹੀ ਮੈਨੂੰ ਸਾਰੇ ਪਾਸੇ ਨਜ਼ਰ ਆਉਂਦਾ ਹੈ। ਉਸ ਨਿਰੰਕਾਰ ਵਾਹਿਗੁਰੂ ਦੀ ਜਿਹੜੀ ਜੋਤ ਹੈ ਉਹ ਹਰੇਕ ਜੀਵ ਦੇ ਅੰਦਰ ਬਲਦੀ ਹੋਈ ਜਗਦੀ ਹੋਈ ਨਜ਼ਰ ਆਉਂਦੀ ਹੈ, ਕਿਉਂਕਿ ਇਹ ਜਿਹੜਾ ਸੰਸਾਰ ਦਾ ਪਸਾਰਾ ਵਾਹਿਗੁਰੂ ਨੇ ਪਸਾਰਿਆ, ਸੰਸਾਰ ਬਣਾਇਆ ਹੈ, ਇਹ ਉਸ ਨਿਰੰਕਾਰ ਵਾਹਿਗੁਰੂ ਨੇ ਸੰਸਾਰ ਬਣਾ ਕੇ ਫਿਰ ਕਿਤੇ ਸੰਸਾਰ ਤੋਂ ਵਾਹਿਗੁਰੂ ਵੱਖਰਾ ਨਹੀਂ ਗਿਆ। ਇਸ ਸੰਸਾਰ ਦੇ ਵਿੱਚ ਹੀ ਸਤਿਗੁਰੂ ਜੀ ਆਪ ਪਰਮਾਤਮਾ ਆਪਣਾ ਵਾਸਾ ਕਰਕੇ ਬੈਠ ਗਿਆ ਹੈ, ਜਿਹਨੂੰ ਬਾਣੀ ਅੰਦਰ ਸਤਿਗੁਰੂ ਜੀ ਨੇ, ਜਦੋਂ ਅਸੀਂ ਮੰਗਲਾਚਰਨ ਪੜ੍ਹਦੇ ਹਾਂ, ਇੱਕ ਸ਼ਬਦ ਸਤਿਗੁਰ ਨੇ ਵਰਤਿਆ ਹੈ, ਕਰਤਾ ਪੁਰਖ। ਕਰਤਾ ਤੋਂ ਭਾਵ ਹੈ ਉਹ ਸ੍ਰਿਸ਼ਟੀ ਦਾ ਕਰਨ ਵਾਲਾ ਹੈ, ਤੇ ਪੁਰਖ ਤੋਂ ਭਾਵ ਹੈ ਸਮਾਇਆ ਹੋਇਆ ਹੈ। ਵਾਹਿਗੁਰੂ ਸ੍ਰਿਸ਼ਟੀ ਨੂੰ ਬਣਾ ਕੇ ਸ੍ਰਿਸ਼ਟੀ ਤੋਂ ਬਾਹਰ ਨਹੀਂ ਗਿਆ, ਇੱਕ ਮੂਰਤੀਕਾਰ ਮੂਰਤੀ ਬਣਾਉਂਦਾ ਹੈ, ਲੇਕਿਨ ਮੂਰਤੀ ਬਣਾ ਕੇ ਉਹ ਵੱਖਰਾ ਹੋ ਜਾਂਦਾ ਹੈ, ਮੂਰਤੀ ਵੱਖਰੀ ਹੁੰਦੀ ਹੈ, ਕਦੇ ਮੂਰਤੀਕਾਰ ਮੂਰਤੀ ਵਿੱਚ ਸਮਾਇਆ ਨਹੀਂ। ਲੇਕਿਨ ਵਾਹਿਗੁਰੂ ਨਿਰੰਕਾਰ ਐਸਾ ਇੱਕ ਮਹਾਨ ਮੂਰਤੀਕਾਰ ਹੈ, ਜਿਨ੍ਹੇ ਰੰਗਾ ਰੰਗਾ ਕਈ ਭਾਂਤਾਂ ਦੇ ਜੀਵ ਪੈਦਾ ਕੀਤੇ ਹਨ, ਲੇਕਿਨ ਹਰੇਕ ਜੀਵ ਦੇ ਅੰਦਰ ਉਹ ਨਿਰੰਕਾਰ ਪਰਮਾਤਮਾ ਆਪ ਬੈਠ ਗਿਆ, ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ ਹੈ, ਇੱਕ ਨਾ ਹੁਕਮੀ ਕਰੇ ਨਿਵਾਸ, ਇੱਕ ਨਾ ਭਾਣੇ ਕੱਢ ਲੈ। ਉਹ ਵਾਹਿਗੁਰੂ ਨਿਰੰਕਾਰ ਜੀਵਾਂ ਦੇ ਅੰਦਰ ਵਾਸਾ ਕਰਦਾ ਹੋਇਆ, ਕਈ ਜੀਵ ਉਹਦੇ ਹੁਕਮ ਦੇ ਅੰਦਰ ਚੱਲਦੇ ਹਨ, ਕਈ ਉਹਦੇ ਹੁਕਮ ਤੋਂ ਬਾਹਰ ਹੋ ਜਾਂਦੇ ਹਨ। ਹੈ ਵਾਹਿਗੁਰੂ ਦੀ ਆਪਣੀ ਇੱਕ ਖੇਡ। ਉਹ ਸਾਰੇ ਸਰੀਰਾਂ ਦੇ ਅੰਦਰ ਮਾਲਕ ਪਰਮਾਤਮਾ ਆਪ ਵਸਦਾ ਹੈ। ਕਿਸੇ ਸਰੀਰ ਵਿੱਚ ਉਹ ਬੈਠ ਕੇ ਵਿਦਵਾਨ ਬਣ ਕੇ ਬੋਲਦਾ ਪਿਆ ਹੈ, ਕਿਸੇ ਸਰੀਰ ਵਿੱਚ ਬੈਠ ਕੇ ਉਹ ਮੂਰਖਾਂ ਦੇ ਤਰ੍ਹਾਂ ਹਰਕਤਾਂ ਕਰ ਰਿਹਾ ਹੈ, ਕਿਸੇ ਸਰੀਰ ਵਿੱਚ ਬੈਠ ਕੇ ਉਹ ਭਿਖਾਰੀ ਬਣਿਆ ਬੈਠਾ ਹੈ, ਮੰਗਦਾ ਪਿਆ ਹੈ ਦਰ-ਦਰ ਉੱਤੇ ਜਾ ਕੇ, ਕਿਸੇ ਸਰੀਰ ਵਿੱਚ ਬੈਠ ਕੇ ਉਹ ਦਾਤਾ ਬਣ ਕੇ ਬੈਠਾ ਹੋਇਆ ਹੈ। ਉਸ ਨਿਰੰਕਾਰ ਵਾਹਿਗੁਰੂ ਦੀ ਖੇਡ। ਲੇਕਿਨ ਜਾਣ ਉਹੀ ਸਕਦਾ ਹੈ ਜਿਸ ਨੇ ਪਰਮਾਤਮਾ ਨੂੰ ਸਾਰਿਆਂ ਦੇ ਅੰਦਰ ਜਾਣ ਲਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਕਹਿਣ ਲੱਗੇ, ਜਹ ਜਹ ਪੇਖੂ ਤਹ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ।
ਮੈਂ ਜਿੱਧਰ ਜਿੱਧਰ ਦੇਖਦਾ ਹਾਂ ਉਹ ਨਿਰੰਕਾਰ ਵਾਹਿਗੁਰੂ ਮੈਨੂੰ ਹਾਜ਼ਰ ਨਾਜ਼ਰ ਨਜ਼ਰੀ ਆਉਂਦਾ ਹੈ। ਉਹ ਜੀਵਾਂ ਦੇ ਅੰਦਰ ਬੈਠ ਕੇ ਪਦਾਰਥਾਂ ਨੂੰ ਆਪ ਭੋਗਦਾ ਪਿਆ ਹੈ। ਉਹ ਜੀਵਾਂ ਦੇ ਅੰਦਰ ਬੈਠ ਕੇ ਸੰਸਾਰ ਦੇ ਪਦਾਰਥਾਂ ਦਾ ਆਨੰਦ ਆਪ ਲੈ ਰਿਹਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਪਾਵਨ ਬਚਨ ਕੀਤੇ, ਕਹਿਣ ਲੱਗੇ, ਉਹ ਅਬਨਾਸ਼ੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ ਡਰਨ ਕਹਾਂ ਤੇ ਆਇਆ। ਏਕ ਮਹਿਲ ਤੂੰ ਹੋ ਅਫਾਰੂ ਏਕ ਮਹਿਲ ਨੀ ਮਾਨੋ। ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ। ਏਕ ਮਹਿਲ ਤੂੰ ਪੰਡਤ ਬਖਤਾ ਏਕ ਮਹਿਲ ਖਲ ਹੋਤਾ। ਏਕ ਮਹਿਲ ਤੂੰ ਸਭ ਕਿਛ ਗਰਾਹਜ ਏਕ ਮਹਿਲ ਕਛੂ ਨਾ ਲੇਤਾ। ਕਾਠ ਕੇ ਪੁੱਤਰੇ ਕਹਾਂ ਕਰੇ ਬਪਰੇ ਖਿਲਾਵਨ ਹਾਰੋ ਜਾਨੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਉਹ ਮਾਲਕ ਜੀਵਾਂ ਦੇ ਅੰਦਰ ਬੈਠ ਕੇ ਉਹ ਸਾਨੂੰ ਖਿਡਾਉਂਦਾ ਪਿਆ ਹੈ, ਨਚਾਉਂਦਾ ਪਿਆ ਹੈ, ਜਿਵੇਂ ਉਹ ਕਰਾਉਂਦਾ ਸੀ ਕਰਦੇ ਪਏ ਹਾਂ, ਕਿਉਂਕਿ ਸਾਡੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੈ। ਏਕ ਮਹਿਲ ਤੂੰ ਹੋ ਅਫਾਰੂ ਏਕ ਮਹਿਲ ਨੀ ਮਾਨੋ। ਇੱਕ ਮਹਿਲ ਦੇ ਅੰਦਰ ਭਾਵ ਇੱਕ ਸਰੀਰ ਵਿੱਚ ਬੈਠ ਕੇ ਤੂੰ ਹੰਕਾਰੀ ਬਣਿਆ ਬੈਠਾ, ਆਫਰ ਕੇ ਬੈਠਾ ਹੋਇਆ ਹੈ। ਕਿਉਂਕਿ ਜਿਨਨੇ ਨਿਰੰਕਾਰ ਦੀ ਜੋਤ ਨੂੰ ਵੇਖ ਲਿਆ, ਜੇ ਕੋ ਹੰਕਾਰੀ ਵੀ ਨਜ਼ਰ ਆਵੇ ਤੇ ਸਤਿਗੁਰ ਕਹਿੰਦੇ ਇਹ ਹੰਕਾਰ ਨਹੀਂ ਕਰਦਾ, ਇਹਦੇ ਅੰਦਰ ਵਾਹਿਗੁਰੂ ਆਪ ਬੈਠਾ ਹੋਇਆ ਹੈ। ਏਕ ਮਹਿਲ ਅਫਾਰੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ। ਇੱਕ ਮਹਿਲ ਤੂੰ ਸਰੀਰ ਵਿੱਚ ਆ ਬੈਠਾ ਹੋਇਆ, ਬੜਾ ਨਿਮਾਣਾ ਅਧੀਨ ਦਾ ਹੋ ਕੇ, ਨਿਰਮਾਣਤਾ ਵਿੱਚ ਆ ਕੇ ਬੜਾ ਨਿਮਾਣਾ ਹੋ ਕੇ ਬੈਠਾ ਹੋਇਆ ਹੈ। ਏਕ ਮਹਿਲ ਤੂੰ ਪੰਡਤ ਬਖਤਾ ਏਕ ਮਹਿਲ ਖਲ ਹੋਤਾ। ਇੱਕ ਸ਼੍ਰੀ ਰੂਪੀ ਮਹਿਲ ਦੇ ਅੰਦਰ ਤੂੰ ਬਖਤਾ ਬਣ ਕੇ ਬੋਲਦਾ ਪਿਆ ਹੈ। ਜੋ ਸਾਡੇ ਅੰਦਰ ਬੋਲਦਾ ਹੈ ਉਹ ਨਿਰੰਕਾਰ ਵਾਹਿਗੁਰੂ ਦੀ ਜੋਤ ਹੈ, ਵਾਹਿਗੁਰੂ ਆਪ ਬੋਲਦਾ ਹੈ। ਇਸ ਵਾਸਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਸਾਰੇ ਪਾਸੇ ਵੇਖਿਆ, ਉਹਨਾਂ ਨੇ ਇਹ ਗੱਲ ਕਹਿ ਦਿੱਤੀ, ਪਰਮਾਤਮਾ ਤੋਂ ਬਿਨਾਂ ਤੇ ਕੁਝ ਬੋਲਦਾ ਹੀ ਨਹੀਂ ਹੈ। ਭਗਤ ਨਾਮਦੇਵ ਦੀ ਜੇ ਦ੍ਰਿਸ਼ਟੀ ਉਹ ਸਮਦਰਸ਼ੀ ਦ੍ਰਿਸ਼ਟੀ ਹੈ। ਪਰਮਾਤਮਾ ਦੀ ਜੋਤ ਨਾਮਦੇਵ ਜੀ ਨੇ ਹਰੇਕ ਸਰੀਰ ਵਿੱਚੋਂ ਵੇਖਿਆ, ਔਰ ਐਸਾ ਲਿਖਿਆ ਸਾਨੂੰ ਮਿਲਦਾ ਹੈ ਕਿ ਜਿਸ ਵੇਲੇ ਕੁੱਤਾ ਵੀ ਆਇਆ ਚੰਗੇਰ ਵਿੱਚੋਂ ਰੋਟੀ ਚੁੱਕ ਕੇ ਭੱਜ ਗਿਆ, ਤੇ ਭਗਤ ਨਾਮਦੇਵ ਜੀ ਜਿਹੜਾ ਕੌਲਾ ਮਗਰ ਘਿਓ ਦਾ ਲੈ ਕੇ ਭੱਜੇ, ਰੁੱਖੀ ਮਤ ਖਾਇਓ ਰੁੱਖੀ ਮਤ ਖਾਇਓ, ਹੇ ਪ੍ਰਮਾਤਮਾ ਤੂੰ ਰੁੱਖੀ ਕਿਉਂ ਖਾਂਦਾ ਪਿਆ ਹੈ। ਔਰ ਇਹ ਬਚਨ ਭਗਤ ਨਾਮਦੇਵ ਜੀ ਨੇ ਕੀਤੇ, ਕਹਿਣ ਲੱਗੇ, ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੇ ਕੁੰਚਰ ਚੇਟੇ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਹਰੇਕ ਸਰੀਰ ਦੇ ਅੰਦਰ ਉਹ ਵਾਹਿਗੁਰੂ ਬੈਠਾ ਹੈ। ਮਿੱਟੀ ਸਾਰਿਆਂ ਨੂੰ ਇੱਕੋ ਜਿਹੀ ਲੱਗੀ ਹੈ। ਪੰਜ ਤੱਤਾਂ ਤੋਂ ਸਰੀਰ ਸਾਰਿਆਂ ਦਾ ਬਣਿਆ ਹੈ। ਏਕਲ ਮਾਟੀ ਮਿੱਟੀ ਇੱਕ ਹੈ ਕੁੰਚਰ ਚੇਟੀ। ਉਸ ਮਿੱਟੀ ਤੋਂ ਉਸ ਮਾਲਕ ਨੇ ਵੱਡਾ ਹਾਥੀ ਕੁੰਚਰ ਬਣਾ ਦਿੱਤਾ, ਹਾਥੀ ਬਣਾ ਦਿੱਤਾ ਵੱਡੇ ਆਕਾਰ ਵਾਲਾ, ਤੇ ਉਸੇ ਮਿੱਟੀ ਤੋਂ ਇੱਕ ਨਿੱਕੀ ਜੀ ਕੀੜੀ ਬਣਾ ਦਿੱਤੀ। ਕਿਉਂ ਜਦੋਂ ਖਿਡੌਣੇ ਬਣਾਉਣ ਵਾਲੇ ਖਿਡੌਣੇ ਬਣਾਉਂਦੇ ਹਨ, ਉਹ ਫਿਰ ਇੱਕ ਤਰ੍ਹਾਂ ਦੇ ਖਿਡੌਣੇ ਨਹੀਂ ਬਣਾਉਂਦੇ, ਉਹ ਜਿੰਨੇ ਪੰਛੀ ਹਨ ਸਾਰਿਆਂ ਦੇ ਖਿਡੌਣੇ ਬਣਾ ਦਿੰਦੇ ਹਨ। ਜਦੋਂ ਅਸੀਂ ਆਮ ਤੌਰ ਤੇ ਮੇਲਿਆਂ ਤੇ ਦੇਖਦੇ ਹਾਂ, ਦੁਕਾਨਦਾਰ ਦੇ ਕੋਲ ਜਿਹੜੇ ਖਿਡੌਣੇ ਹੁੰਦੇ ਹਨ ਮਿੱਟੀ ਦੇ, ਅੱਜ ਕੱਲ੍ਹ ਪਲਾਸਟਿਕ ਚੱਲ ਪਈ, ਉਹਦੇ ਅੰਦਰ ਸਾਰੇ ਤਰ੍ਹਾਂ ਦੇ ਖਿਡੌਣੇ ਹਨ। ਉਹਦੇ ਅੰਦਰ ਹਾਥੀ ਵੀ ਹੈ, ਤੋਤੇ ਵੀ ਹਨ, ਚਿੜੀਆਂ ਵੀ ਹਨ, ਕਈ ਤਰ੍ਹਾਂ ਦੇ ਪੰਛੀ ਜਿਹੜੇ ਹਨ ਉਹ ਖਿਡੌਣੇ ਰੂਪ ਦੇ ਅੰਦਰ ਪਏ ਹਨ। ਭਗਤ ਨਾਮਦੇਵ ਜੀ ਕਹਿੰਦੇ ਨੇ, ਹੇ ਪ੍ਰਮਾਤਮਾ ਮਿੱਟੀ ਤੂੰ ਸਾਰਿਆਂ ਨੇ ਇੱਕੋ ਜਿਹੀ ਲਾਈ ਹੈ। ਉਸੇ ਮਿੱਟੀ ਤੋਂ ਵੱਡੇ ਆਕਾਰ ਵਾਲਾ ਹਾਥੀ ਵੀ ਬਣਾ ਦਿੱਤਾ, ਉਸੇ ਮਿੱਟੀ ਤੋਂ ਨਿੱਕੀ ਜੀ ਕੀੜੀ ਵੀ ਬਣਾ ਦਿੱਤੀ। ਅਸਥਾਵਰ ਜੰਗਮ ਕੀਟ ਪਤੰਗਮ, ਜਿਹੜੇ ਨਿੱਕੇ ਨਿੱਕੇ ਕੀੜੇ ਹਨ ਤੂੰ ਉਸੇ ਮਿੱਟੀ ਤੋਂ ਬਣਾਏ ਹਨ। ਜਿਨ੍ਹਾਂ ਦੇ ਅੰਦਰ ਚੇਤਨਾ ਹੈ, ਤੁਰੇ ਫਿਰਦੇ ਜੀਵ ਵੀ ਉਸੇ ਮਿੱਟੀ ਤੋਂ ਬਣਾਏ, ਤੇ ਜਿਹੜੇ ਇੱਕ ਜਗ੍ਹਾ ਖੜੇ ਹਨ ਤੂੰ ਵੀ ਉਸ ਮਿੱਟੀ ਤੋਂ ਬਣਾ ਛੱਡੇ ਹਨ। ਲੇਕਿਨ ਘਟ ਘਟ ਰਾਮ ਸਮਾਨਾ ਰੇ। ਹਰੇਕ ਸਰੀਰ ਦੇ ਅੰਦਰ ਉਹ ਪ੍ਰਮਾਤਮਾ ਆਪ ਵਸ ਕੇ ਬੈਠਾ ਹੈ।
क्योंकि उस निरंकार वाहिगुरू तो बिना ते कोई शरीर हिल नहीं सकता। चाहे मनुख का शरीर होवे, चाहे पशु पंछी का कीड़े मकौड़े का शरीर होवे, जिन्ना चिर अंदर जोत कम करदी वाहिगुरू आप विचरदा है, उन्ना चिर ही शरीर हरकत दे अंदर है। जदों वाहिगुरू ने अपनी जोत खिंच ली, शरीर हरकत करनों बंद कर दिंदा है। असी सारे देखते हाँ कि एक मुर्दा फट्टे दे उत्ते पिया है, उहदे हथ पैर उही हन, नक कन सब कुछ उही लगा है, लेकिन जिहड़ी अंदर जोत बोलदी पई सी, वाहिगुरू जोत रूप अंदर बैठा सी, वो तो हुण अंदरों है ही नहीं, जोत निकल चुकी है। इस वास्ते गुरु अमरदास जी महाराज सानू रोज ही ये उपदेश दिंदे हन आनंद साहिब दी बाणी दे अंदर कि ए शरीरा मेरेआ हर तुमै जोत रखी तां तू जग में आया। हर जोत रखी तुध विच तां तू जग में आया। जिन हर तेरा रचन रचिया सो हर मन ना वसाया। जिस परमात्मा ने तेरी घाड़त घड़ी है उस निरंकार वाहिगुरू नूं तू कदी याद ही नहीं कीता। ते सतगुर कहंदे जिन हर तेरा रचा रचिया सो हर मन ना वसाया। गुर प्रसादी हर मन वसिया पूरब लिखिया पाया। कहे नानक ए शरीर प्रवान होवा जिन सतगुर स्यों चित लाया। ये शरीर प्रवान ही उदों होवेगा जिस निरंकार वाहिगुरू ने सानू इन्ना सोहना शरीर दिता। एडी वड्डी दात मनुखा जन्म दी दिती है, ते जे मनुखा जन्म अंदर आके भी उस निरंकार वाहिगुरू दे गुण ना गाए ते सतगुर कहंदे फिर तेरा जिहड़ा जन्म है ये मनुखा जन्म जिहड़ा ये अजाई जा रहा है। ते सतगुर कहंदे हरेक मनुख दे अंदर हरेक पशु पंछी दे अंदर वो निरंकार वाहिगुरू दी अपनी जोत है। इस वास्ते सतगुर कहंदे जै जै पेखूं तै हजूर दूर कतों ना जाई। रब रहया सरबतर मैं मन सदा ध्याई। ईत ऊत नह बिछड़ै सो संगी गणिया। बिन सजाए जो निमख मह सो अलप सुख भणिया। ओ वाहिगुरू जेदी जो तेरे अंदर है वो लोक अते परलोक दे विच कदी तेरा साथ नहीं छड्डेगा। ईत ऊत नहीं बिछड़ै जो संगी गणिया। बिन सजाए जो निमख मैं सो अल्प सुख भणिया। जेड़े सुखां ने छिना मातर दे अंदर ही खत्म हो जाना है। सतगुरू कहंदे तू उन्हूं बहुत छोटे सुख मन, क्योंकि जेड़े संसार दे सुख हन इन्हां दी उम्र कोई बहुत वड्डी लंमी नहीं हुंदी। हो सकदा एक पल दे अंदर ही ये जेड़े सुख हन ये खत्म हो जाण, लेकिन जेड़ा सुख परमात्मा दे नाम विचों मिलदा है वो सुख सदीवी सुख हुंदा है। वो सुख कदी जाण वाला नहीं। इस वास्ते सतगुरु जी कहंदे हन वो निरंकार वाहिगुरू जेड़ा सारियां दे अंदर वसदा है। इस वास्ते गुरु अर्जन साहिब जी महाराज कहंदे हन जेड़े परमात्मा दे प्यार वाले संत जन हन उस जगत ईश्वर वाहिगुरू नूं सिमरदे हन जेड़ा सारियां दे अंदर रमिया होया है ते सारे पापां दा नाश करता है। असी बचन पढ़ते हाँ जय श्री दी वार दा पहला बचन है कि आद पूरन मद पूरन अंत पूरन परमेश्वर है। सिमरंत संत सरबत रमनं नानक अगनासन जगदीसर है। पेखन सुनन सुनावनो मन में दृढ़िया साच। पूर रहे सरबतर मैं नानक हर रंग राज। सतगुर कहंदे संत जन उस निरंकार वाहिगुरू नूं याद करते हैं जिहड़ा आद विच भी पूरा सी, भाव जदों आद मुढ़ सी मूल विच भी वाहिगुरू पूरा है, आद विच भी पूरा सी। जुगाद विच भाव वो जुगां तो पूरा है। जदों अंत संसार ते कुछ नहीं होवेगा उदों भी वाहिगुरू पूरा होवेगा। ते सतगुरू कहंदे आद पूरन मद पूरन अंत पूरन परमेश्वर है। सिमरंत संत सरबत रमनं संत जन उस वाहिगुरू नूं सिमरदे हन जिहड़ा सरबतर है, रमणंग सारियां दे विच रमिया होया है। कि सतगुरू कहंदे सरबत रमना अगनासन जगदीश्वर है। पेखन सुनन सुनावनो जिहड़ा उस वाहिगुरू दी वडियाई नूं सुणदा है, उस निरंकार वाहिगुरू दे दीदार करदा है। मन में दृढ़िया साच। फिर सदा थी रहन वाला वाहिगुरू
ਉਹਦੇ ਮਨ ਵਿੱਚ ਆ ਕੇ ਵਸਦਾ ਹੈ। ਪੂਰੇ ਉਹ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਸਤਿਗੁਰੂ ਕਹਿੰਦੇ ਉਹ ਪ੍ਰਮਾਤਮਾ ਦੇ ਸਾਰਿਆਂ ਦੇ ਅੰਦਰ ਛਾਇਆ ਹੈ। ਭਗਤ ਨਾਮਦੇਵ ਜੀ ਨੇ ਦੇਖਿਆ ਪ੍ਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਹੈ। ਕਹਿਣ ਲੱਗੇ ਜਦੋਂ ਮੇਰੇ ਮਨ ਅੰਦਰ ਵਿਚਾਰ ਆਈ ਕਿਉਂ ਨਾ ਮੈਂ ਪਾਣੀ ਲਿਆ ਕੇ ਠਾਕੁਰ ਨੂੰ ਇਸ਼ਨਾਨ ਕਰਵਾਵਾਂ। ਨਦੀ ਤੋਂ ਪਾਣੀ ਲਿਆ ਕੇ ਮੇਰਾ ਮਨ ਕਰਦਾ ਮੈਂ ਠਾਕੁਰ ਪਰਮਾਤਮਾ ਨੂੰ ਇਸ਼ਨਾਨ ਕਰਾਵਾਂ। ਕਹਿੰਦੇ ਜਿਸ ਵੇਲੇ ਮੈਂ ਪਾਣੀ ਲੈਣ ਵਾਸਤੇ ਨਦੀ ਉੱਤੇ ਗਿਆ ਤੇ ਪਾਣੀ ਭਰਨ ਲੱਗਾ, ਕੀ ਵੇਖਿਆ ਕਿ ਉਹ 84 ਲੱਖ ਜੀਵਾਂ ਦੇ ਵਿੱਚ ਬੈਠ ਕੇ ਪਰਮਾਤਮਾ ਜਿਹੜਾ ਹੈ, ਕਿਉਂਕਿ 42 ਲੱਖ ਜਿਹੜੀਆਂ ਜੂਨਾਂ ਹਨ ਉਹ ਧਰਤੀ ਉੱਤੇ ਹਨ ਤੇ 42 ਲੱਖ ਪਾਣੀ ਵਿੱਚ ਹਨ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਜਦੋਂ ਮੈਂ ਪਾਣੀ ਲੈਣ ਵਾਸਤੇ ਗਿਆ ਕੀ ਦੇਖਿਆ, ਉਹ ਮੱਛੀ ਰੂਪ ਦੇ ਵਿੱਚ ਬੈਠ ਕੇ ਪ੍ਰਮਾਤਮਾ ਆਪ ਪਹਿਲਾਂ ਇਸ਼ਨਾਨ ਕਰਕੇ ਬੈਠਾ ਹੋਇਆ ਹੈ। ਹੁਣ ਮੈਂ ਇਸ਼ਨਾਨ ਕਿਹਨੂੰ ਕਰਵਾਵਾਂ, ਕਿਉਂਕਿ ਇਹ ਸਮਦਰਸ਼ੀ ਹੈ। ਭਗਤ ਨਾਮ ਜੀ ਕਹਿੰਦੇ ਆਨੀਲੇ ਕੁੰਭ ਭਰਾਇਲੇ ਉਦਕ ਠਾकुर को इशनान करूं 42 ਲੱਖ ਜੀਵ ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੂੰ। ਕਹਿੰਦੇ ਇਬੈ ਬੀਠਲ ਉਬੈ ਬੀਠਲ ਸੰਸਾਰ ਪਰਮਾਤਮਾ ਤੋਂ ਬਿਨਾ ਨਹੀਂ ਹੈ। ਮੈਂ ਜਿੱਧਰ ਜਿੱਧਰ ਵੇਖਦਾ ਹਾਂ ਉਹ ਪਰਮਾਤਮਾ ਮੈਨੂੰ ਨਜ਼ਰ ਆਉਂਦਾ। ਜਿੱਧਰ ਜਾਊਂ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਕੱਲਾ। ਉਹ ਜੀਵਾਂ ਦੇ ਅੰਦਰ ਬੈਠ ਕੇ ਕੇਲ ਕਰਦਾ ਪਿਆ, ਆਨੰਦ ਮਾਣਦਾ ਪਿਆ ਹੈ। ਜਿੱਧਰ ਜਾਊਂ ਮੈਂ ਜਿੱਧਰ ਜਾਂਦਾ ਹਾਂ ਉਹ ਵਾਹਿਗੁਰੂ ਮੈਨੂੰ ਨਜ਼ਰ ਆਉਂਦਾ ਹੈ। ਫਿਰ ਮੇਰੇ ਮਨ ਅੰਦਰ ਵਿਚਾਰ ਆਈ ਕਿਉਂ ਨਾ ਫੁੱਲ ਤੋੜ ਕੇ ਉਸ ਵਾਹਿਗੁਰੂ ਨਿਰੰਕਾਰ ਨੂੰ ਮੈਂ ਪਹਿਨਾ ਦੇਵਾਂ, ਉਹਦੀ ਪੂਜਾ ਕਰਾਂ। ਕਹਿੰਦੇ ਜਦੋਂ ਮੈਂ ਫੁੱਲ ਤੋੜਨ ਵਾਸਤੇ ਬਾਗ ਵਿੱਚ ਗਿਆ ਕੀ ਦੇਖਿਆ, ਉਹ ਫੁੱਲਾਂ ਦੇ ਉੱਤੇ ਭਵਰੇ ਰੂਪ ਦੇ ਵਿੱਚ ਬੈਠ ਕੇ ਪਹਿਲਾਂ ਹੀ ਸੁਗੰਧੀ ਲੈ ਰਿਹਾ ਹੈ। ਆਨੀਲੇ ਫੁੱਲ ਪਰੋਈਲੇ ਮਾਲਾ ਠਾਕੁਰ ਕੀ ਹੋ ਪੂਜ ਕਰੂੰ। ਪਹਿਲੇ ਬਾਸ ਲਈ ਹੈ ਭਵਰੇ ਬੈਠਲ ਪਹਿਲਾ ਕਾਏ ਕਰੂੰ। ਉਹ ਤੇ ਭਵਰੇ ਰੂਪ ਦੇ ਅੰਦਰ ਪਹਿਲਾਂ ਹੀ ਉੱਥੇ ਸੁਗੰਧੀ ਲੈ ਰਿਹਾ ਹੈ। ਮਨ ਅੰਦਰ ਵਿਚਾਰ ਆਈ ਕਿਉਂ ਨਾ ਦੁੱਧ ਲਿਆ ਕੇ ਖੀਰ ਬਣਾ ਕੇ ਉਸ ਵਾਹਿਗੁਰੂ ਨੂੰ ਭੇਟਾ ਕਰਾਂ। ਤੇ ਜਦੋਂ ਮੈਂ ਦੁੱਧ ਲੈਣ ਵਾਸਤੇ ਗਿਆ ਤੇ ਕੀ ਵੇਖਿਆ ਕਿ ਉਹ ਬਛੜੇ ਰੂਪ ਦੇ ਅੰਦਰ ਪਹਿਲਾਂ ਬੈਠਾ ਹੀ ਦੁੱਧ ਨੂੰ ਚੁੰਗਦਾ ਪਿਆ ਹੈ, ਗਾਂ ਦਾ ਦੁੱਧ ਪੀ ਰਿਹਾ ਹੈ। ਤੇ ਕਹਿਣ ਲੱਗੇ ਆਨੀ ਲੈ ਦੁੱਧ ਰੀਧਾ ਲੈ ਖੀਰੰਗ ਠਾकुर को ना वेद करूं। पहले दूध बछरे बटारियो बीठल पहला काए करूं। फिर कह लगे ईबै बीठल ऊबै बीठल बीठल बिन संसार नहीं। थान थनंत्र नामा प्रणमय पूर रहे हो तू सर्ब मही। हे परमात्मा तू हरेक जगह ते उत्ते तेरा वासा है। क्योंकि बीठल शब्द भगत नामदेव का बड़ा प्यारा शब्द है। और ਜਿਹੜੇ ਇਤਿਹਾਸਕਾਰ ਹਨ ਵਿਦਵਾਨ ਹਨ ਉਹ ਲਿਖਦੇ ਹਨ ਕਿ ਜਿਸ ਵੇਲੇ ਭਗਤ ਨਾਮਦੇਵ ਜੀ ਆਪਣੇ ਮਾਤਾ ਦੀ ਸੇਵਾ ਕਰਦੇ ਪਏ ਸਨ, ਉਹਨਾਂ ਦੀ ਮੁੱਠੀ ਚਾਪੇ ਕਰਦੇ ਸਨ, ਪ੍ਰਮਾਤਮਾ ਨੂੰ ਹਰ ਵੇਲੇ ਉਹ ਯਾਦ ਕਰਦੇ ਸਨ, ਦਰਸ਼ਨ ਦੀ ਤਾਂਘ ਰੱਖਦੇ ਆਪਣੇ ਮਨ ਦੇ ਅੰਦਰ। ਕਹਿਣਗੇ ਇੱਕ ਵਾਰ ਪ੍ਰਮਾਤਮਾ ਆ ਗਿਆ ਕਿ ਨਾਮਦੇਵ ਮੈਂ ਵੇਖ ਤੈਨੂੰ ਮਿਲਣ ਵਾਸਤੇ ਆਇਆ ਹਾਂ, ਤੂੰ ਮੇਰੇ ਨਾਲ ਕੋਈ ਗੱਲਬਾਤ ਕਰ, ਮੇਰਾ ਦੀਦਾਰ ਚਾਹੁੰਦਾ, ਮੈਂ ਆ ਗਿਆ ਹਾਂ। ਕਹਿਣਗੇ ਭਗਤ ਨਾਮਦੇਵ ਜੀ ਉਸ ਵੇਲੇ ਆਪਣੇ ਮਾਤਾ ਦੀ ਸੇਵਾ ਕਰਦੇ ਪਏ ਸਨ ਤਾਂ ਜਦੋਂ ਪ੍ਰਮਾਤਮਾ ਆਇਆ ਕਹਿਣ ਲੱਗਾ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਤੇ ਭਗਤ ਨਾਮਦੇਵ ਜੀ ਕਹਿੰਦੇ ਉਹਨਾਂ ਦੇ ਕੋਲ ਇੱਕ ਇੱਟ ਪਈ ਸੀ, ਕਹਿਣ ਲੱਗੇ ਇੱਥੇ ਬੈਠ ਜਾ, ਮਾਂ ਦੀ ਸੇਵਾ ਤੋਂ ਬਾਅਦ ਮੈਂ ਤੇਰੇ ਨਾਲ ਗੱਲ ਕਰਾਂਗਾ। ਕਹਿੰਦੇ ਉਹ ਸ਼ਬਦ ਉੱਥੋਂ ਬੀਠਲ ਮਸ਼ਹੂਰ ਹੋਇਆ ਔਰ ਇਹ ਬੀਠਲ ਸ਼ਬਦ ਭਗਤ ਨਾਮਦੇਵ ਜੀ ਦਾ ਸਭ ਤੋਂ ਪਿਆਰਾ ਸ਼ਬਦ ਹੈ। ਕਿਉਂਕਿ ਜਿੰਨੇ ਵਾਹਿਗੁਰੂ ਦੇ ਅਸੀਂ ਇਹ ਕਿਰਤਮ ਨਾਮ ਲੈਂਦੇ ਹਾਂ, ਜਿਨੇ ਜਿਨੇ ਕਿਸੇ ਨੇ ਜੋ ਗੁਣ ਦੇਖਿਆ ਵਾਹਿਗੁਰੂ ਦੇ ਅੰਦਰ ਉਹਨੇ ਉਹਦਾ ਨਾਮ ਰੱਖ ਦਿੱਤਾ। ਜਿਨੇ ਦੇਖਿਆ ਉਹ ਪਰਮਾਤਮਾ ਦਇਆ ਕਰਨ ਵਾਲਾ ਹੈ ਤੇ ਕਹਿ ਦਿੱਤਾ ਪਰਮਾਤਮਾ ਦਿਆਲੂ ਹੈ। ਜਿਨੇ ਵੇਖਿਆ ਉਹ ਕਿਰਪਾ ਕਰਨ ਵਾਲਾ ਕਹਿ ਦਿੱਤਾ ਪਰਮਾਤਮਾ ਕਿਰਪਾਲੂ ਹੈ। ਜਿਨੇ ਵੇਖਿਆ ਕਿ ਉਹ ਪਰਮਾਤਮਾ ਦਾਤਾਂ ਦੇਣ ਵਾਲਾ ਹੈ ਕਹਿ ਦਿੱਤਾ ਪਰਮਾਤਮਾ ਦਾਤਾਰ ਹੈ। ਜਿਹਨੂੰ ਨਜ਼ਰੀ ਆਇਆ ਕਿ ਉਹ ਪਰਮਾਤਮਾ ਧਰਤੀ ਦਾ ਮਾਲਕ ਹੈ ਕਹਿ ਦਿੱਤਾ ਇਹ ਗੋਸਾਈ ਹੈ। ਜਿਹਨੇ ਦੇਖਿਆ ਧਰਤੀ ਦੀ ਪਾਲਣਾ ਕਰਨ ਵਾਲਾ ਕਹਿ ਦਿੱਤਾ ਪਰਮਾਤਮਾ ਗੋਪਾਲ ਹੈ। ਇਹ ਸਾਰੇ ਨਾਮ ਵਾਹਿਗੁਰੂ ਦੇ ਕਿਰਤਮ ਨਾਮ ਹਨ। ਜਦੋਂ ਸੰਸਾਰ ਨਹੀਂ ਹੋਵੇਗਾ ਇਹ ਨਾਮ ਵੀ ਨਹੀਂ ਰਹਿਣਗੇ। ਲੇਕਿਨ ਇੱਕ ਨਾਮ ਪਰਮਾਤਮਾ ਦਾ ਐਸਾ ਨਾਮ ਹੈ ਜਿਹੜਾ ਸਦਾ ਰਹਿਣ ਵਾਲਾ ਹੈ
ਔਰ ਅੱਜ ਤੋਂ ਨਹੀਂ, ਉਹ ਯੁਗਾਂ ਤੋਂ ਉਹਦਾ ਨਾਮ ਚੱਲਦਾ ਆ ਰਿਹਾ, ਜਿਹਦੇ ਬਾਰੇ ਭਗਤ ਕਬੀਰ ਜੀ ਕਹਿੰਦੇ ਹਨ, ਸਤ ਨਾਮ ਤੇਰਾ ਪਰਾਪੂਰ ਭਲਾ। ਹੇ ਪ੍ਰਮਾਤਮਾ, ਜਿਹੜਾ ਤੇਰਾ ਸਤ ਨਾਮ ਹੈ, ਸਤ ਤੋਂ ਭਾਵ ਸਦੀਵੀ ਰਹਿਣ ਵਾਲਾ ਤੇਰਾ ਨਾਮ, ਉਹ ਬੜਾ ਪੁਰਾਣਾ ਨਾਮ ਹੈ। ਉਹ ਅੱਜ ਤੋਂ ਨਾਮ ਹੀ ਆਦ ਜੁਗਾਦ, ਉਹ ਜਿਹੜਾ ਯੁੱਗਾਂ ਤੋਂ ਤੇਰਾ ਨਾਮ ਚੱਲਦਾ ਆ ਰਿਹਾ ਹੈ। ਜਿਨਨੇ ਪ੍ਰਮਾਤਮਾ ਦੇ ਦੀਦਾਰ ਕਰ ਲਿਆ, ਸਤਿਗੁਰੂ ਜੀ ਕਹਿੰਦੇ ਹਨ, ਫਿਰ ਉਹ ਜਿੱਧਰ ਜਿੱਧਰ ਵੇਖਦਾ ਹੈ ਉਹ ਵਾਹਿਗੁਰੂ ਉਹਨੂੰ ਨਜ਼ਰ ਆ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਅੱਜ ਦੇ ਪਾਵਨ ਬਚਨਾਂ ਦੇ ਅੰਦਰ, ਜੈ ਦੇਖੂੰ ਤਾਂ ਏਕੋ ਏਕਾ, ਮੈਂ ਜਿੱਧਰ ਜਿੱਧਰ ਵੀ ਵੇਖਦਾ ਹਾਂ, ਕੇਵਲ ਤਾਂ ਕੇਵਲ ਇੱਕ ਪ੍ਰਮਾਤਮਾ ਜਿਹੜਾ ਹੈ ਉਹ ਮੈਨੂੰ ਨਜ਼ਰ ਆਉਂਦਾ। ਇਸ ਵਾਸਤੇ ਗੁਰੂ ਘਰ ਦੇ ਅੰਦਰ ਕੇਵਲ ਇੱਕ ਨਿਰੰਕਾਰ ਵਾਹਿਗੁਰੂ ਦੀ ਬਾਤ ਪਾਈ ਜਾਂਦੀ ਹੈ। ਇੱਕ ਨਿਰੰਕਾਰ ਵਾਹਿਗੁਰੂ ਦਾ ਨਾਮ ਜਪਣ ਦਾ ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਹਨ। ਇੱਥੇ ਕਿਸੇ ਦੂਸਰੇ ਦੀ ਗੱਲ ਨਹੀਂ ਹੁੰਦੀ, ਇੱਥੇ ਕਿਸੇ ਕੋਈ ਦੇਵੀ ਦੇਵਤੇ ਉਪਾਸਨਾ ਦੀ ਗੱਲ ਨਹੀਂ ਹੁੰਦੀ। ਇੱਥੇ ਤਾਂ ਬਾਣੀ ਅੰਦਰ ਸਤਿਗੁਰੂ ਕਹਿੰਦੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜੇ ਜਪਣਾ ਤੇ ਇੱਕ ਨਿਰੰਕਾਰ ਨੂੰ ਜਪ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਜੋ ਕੁਝ ਵੀ ਤੂੰ ਜਪਦਾ ਪਿਆ ਹੈ ਉਹ ਸਾਰਾ ਹੀ ਨਿਸ਼ਫਲ ਹੈ, ਕਿਸੇ ਕੰਮ ਨਹੀਂ ਆਉਣ ਵਾਲਾ। ਨਾਨਕ ਕੇ ਘਰ ਕੇਵਲ ਨਾਮ, ਗੁਰੂ ਦੇ ਘਰ ਵਿੱਚ ਤਾਂ ਕੇਵਲ ਇੱਕ ਪਰਮਾਤਮਾ ਦਾ ਨਾਮ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਦੀ ਗੱਲ ਹੈ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ, ਕੇਵਲ ਇੱਕ ਪ੍ਰਮਾਤਮਾ ਜਿਹੜਾ ਹੈ, ਮੈਂ ਜਿੱਧਰ ਵੇਖਦਾ ਮੈਨੂੰ ਨਜ਼ਰ ਆਉਂਦਾ ਹੈ। ਹੋਰ ਜੀ ਉਪਾਏ ਵੇਖੋ ਵੇਖਾ। ਹੋਰ ਪਰਮਾਤਮਾ ਨੇ ਜਿੰਨੇ ਵੀ ਜੀਵ ਪੈਦਾ ਕੀਤਨ, ਵੇਖੋ ਵੇਖਾ ਤੋਂ ਭਾਵ ਭਾਂਤ ਭਾਂਤ ਦੇ ਜਿਹੜੇ ਜੀਵ ਹਨ, ਉਸ ਨਿਰੰਕਾਰ ਵਾਹਿਗੁਰੂ ਨੇ ਪੈਦਾ ਕੀਤੇ ਹਨ। ਸਤਿਗੁਰੂ ਬਾਣੀ ਅੰਦਰ ਕਹਿੰਦੇ, ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਵਾਹਿਗੁਰੂ ਨੇ ਜੀਵ ਪੈਦਾ ਕੀਤੇ, ਰੰਗਾ ਰੰਗਾਂ ਦੇ ਕੀਤੇ, ਭਾਂਤਾਂ ਭਾਂਤਾਂ ਦੇ ਕੀਤੇ। 84 ਲੱਖ ਜੀਵ ਵਾਹਿਗੁਰੂ ਨੇ ਬਣਾਏ, ਲੇਕਿਨ ਬਣਾ ਕੇ ਛੱਡ ਨਹੀਂ ਦਿੱਤੇ। ਉਹਨਾਂ ਦੀ ਸਾਰ ਸੰਭਾਲ ਵੀ ਵਾਹਿਗੁਰੂ ਆਪ ਕਰਦਾ ਹੈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ। ਸੰਸਾਰ ਦਾ ਹਰੇਕ ਜੀਵ ਖੰਡਾ ਬ੍ਰਹਮੰਡਾਂ ਦੇ ਅੰਦਰ ਵਾਹਿਗੁਰੂ ਜਿੱਥੇ ਜੀਵ ਪੈਦਾ ਕੀਤਾ, ਹਰੇਕ ਜੀਵ ਉਸ ਵਾਹਿਗੁਰੂ ਦੀ ਨਿਗਾਹ ਦੇ ਅੰਦਰ ਹੈ। ਲੇਕਿਨ ਬੰਦਾ ਹੀ ਇਸ ਗੱਲ ਨੂੰ ਸਮਝਦਾ ਨਹੀਂ। ਅਸੀਂ ਇਹ ਸਮਝਦੇ ਹਾਂ ਸਾਡੇ ਕਰਮਾਂ ਨੂੰ ਕਿਹੜਾ ਕੋਈ ਵੇਖਦਾ ਪਿਆ ਹੈ। ਭਾਵੇਂ ਮਾੜੇ ਕਰਮ ਕਹੀਏ ਪਰਦੇ ਦੇ ਵਿੱਚ ਹੋ ਕੇ, ਸਾਨੂੰ ਕਿਹੜਾ ਕੋਈ ਵੇਖਦਾ ਹੈ। ਲੇਕਿਨ ਭਗਤ ਕਬੀਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਭਾਵੇਂ ਤੂੰ ਕੁਕਰਮ ਜਿਹੜੇ ਮੰਦੇ ਕਰਮ ਪਰਦੇ ਦੇ ਵਿੱਚ ਹੋ ਕੇ ਕਰ, ਲੇਕਿਨ ਜਦੋਂ ਨਿਰੰਕਾਰ ਵਾਹਿਗੁਰੂ ਦੇ ਘਰ ਵਿੱਚ ਜਾਵੇਂਗਾ, ਉਦੋਂ ਤੇਰੇ ਸਾਰੇ ਪਰਦੇ ਜਿਹੜੇ ਹਨ ਆਪਣੇ ਆਪ ਖੁੱਲ ਜਾਣੇ ਹਨ। ਕਿਉਂਕਿ ਕੀਤਾ ਹੋਇਆ ਕਰਮ ਚਾਹੇ ਮੰਦਾ ਹੋਵੇ ਚਾਹੇ ਚੰਗਾ ਹੋਵੇ, ਉਹ ਨਿਰੰਕਾਰ ਦੇ ਘਰ ਵਿੱਚ ਜਾ ਕੇ ਤੇਰੀ ਗਵਾਹੀ ਦੇਵੇਗਾ। ਇਸ ਵਾਸਤੇ ਭਗਤ ਕਬੀਰ ਜੀ ਕਹਿੰਦੇ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ। ਮਨੁੱਖ ਨੇ ਜਿੰਨੇ ਪਾਪ ਕੀਤੇ ਹੋਣ ਸਾਰੇ ਉਹਨੇ ਤਲੇ ਭਾਵ ਥੱਲੇ ਦਬਾ ਕੇ ਰੱਖ ਲਏ, ਆਪਣੇ ਮਨ ਅੰਦਰ ਛੁਪਾ ਕੇ ਰੱਖ ਲਏ, ਕਿਸੇ ਨੂੰ ਕੋਈ ਪਤਾ ਨਹੀਂ। ਕਿਉਂਕਿ ਅਸੀਂ ਕਈ ਵਾਰ ਨਿਊਜ਼ ਪੜ੍ਹਦੇ ਹਾਂ ਕਿ ਇੱਕ ਜਿਹੜਾ ਕਤਲ ਦਾ ਕੇਸ ਉਹ 30 ਸਾਲਾਂ ਬਾਅਦ ਸੁਲਝਿਆ, 30 ਸਾਲਾਂ ਬਾਅਦ ਪਤਾ ਲੱਗਾ ਫਲਾਣੇ ਬੰਦੇ ਨੇ ਕਤਲ ਕੀਤਾ ਸੀ। ਬੰਦਾ ਅੰਦਰ ਛੁਪਾ ਕੇ ਬੈਠ ਜਾਵੇ, ਕਈ ਵਾਰ ਬੰਦੇ ਮਰਨ ਤੋਂ ਬਾਅਦ ਪਤਾ ਲੱਗਦਾ ਇਸ ਬੰਦੇ ਨੇ ਆਹ ਕੁਕਰਮ ਕੀਤਾ ਸੀ। ਲੇਕਿਨ ਭਗਤ ਕਬੀਰ ਜੀ ਕਹਿੰਦਾ, ਜੇਤੇ ਪਾਪ ਕੀਏ ਰਾਖੇ ਤਲੇ ਦਰਾਏ, ਪ੍ਰਗਟ ਪਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਜਦੋਂ ਰੱਬ ਦੀ ਕਚਹਿਰੀ ਅੰਦਰ, ਧਰਮ ਦੇ ਕਚਹਿਰੀ ਦੇ ਅੰਦਰ ਤੇਰੇ ਕੋਲ ਪੁੱਛਿਆ ਜਾਵੇਗਾ, ਨਿਦਾਨ ਤੋਂ ਭਾਵ ਅਖੀਰਲੇ ਵੇਲੇ ਸਭ ਕੁਝ ਪ੍ਰਗਟ ਹੋ ਜਾਵੇਗਾ। ਇਸ ਵਾਸਤੇ ਸਤਿਗੁਰੂ ਕਹਿੰਦੇ, ਵਾਹਿਗੁਰੂ ਦੀ ਨਿਗਾਹ ਦੇ ਅੰਦਰ ਹਰੇਕ ਜੀਵ ਹੈ, ਹਰੇਕ ਕਰਮ ਵਾਹਿਗੁਰੂ ਦੀ ਨਿਗਾਹ ਦੇ ਅੰਦਰ ਹੈ। ਤੇ ਸਤਿਗੁਰੂ ਜੀ ਕਹਿੰਦੇ, ਹੋ ਜੀ ਉਪਾਏ ਵੇਖੋ ਵੇਖਾ। ਜਿਨੇ ਉਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਰੰਗਾਂ ਰੰਗਾਂ ਦੇ ਭਾਂਤਾਂ ਭਾਂਤਾਂ ਦੇ, ਫਲੋ ਹਾਰ ਕੀਏ ਫਲ ਜਾਏ। ਔਰ ਸੰਸਾਰ ਤੇ ਕਈ ਜੀਵ ਉਸ ਵਾਹਿਗੁਰੂ ਨੇ ਐਸੇ ਪੈਦਾ ਕੀਤੇ ਹਨ। ਕਿਉਂਕਿ ਪਿਛਲੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਇਕਾਦਸ਼ੀ ਦੀ ਗੱਲ ਕੀਤੀ ਸੀ।
ਇਕਾਦਸ਼ੀ ਕਹਿੰਦੇ ਹਨ ਪੂਰਨਮਾਸ਼ੀ ਜਾਂ ਮੱਸਿਆ ਤੋਂ ਜਿਹੜਾ 11ਵਾਂ ਦਿਨ ਆਉਂਦਾ ਹੈ। ਔਰ ਇਕਾਦਸ਼ੀ ਵਾਲੇ ਦਿਨ ਲੋਕ ਜਿਹੜੇ ਹਨ ਕਈ ਵਰਤ ਵੀ ਰੱਖਦੇ ਹਨ। ਤਾਂ ਜਦੋਂ ਕੋਈ ਵਰਤ ਰੱਖਦਾ ਹੈ ਉਹਦੇ ਅੰਦਰ ਫਿਰ ਉਹ ਆਹਾਰ ਜਿਹੜਾ ਅੰਨ ਹੈ ਉਹਦੀ ਵਰਤੋਂ ਨਹੀਂ ਕਰਦਾ, ਉਹਦੇ ਅੰਦਰ ਕੇਵਲ ਉਹ ਫਰੂਟ ਖਾਂਦਾ ਹੈ, ਫਲ ਖਾਂਦਾ ਹੈ। ਤੇ ਇਹ 14ਵੇਂ ਪਦੇ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਹਨ ਫਲੋਹਾਰ ਕੀਏ ਫਲ ਜਾਏ। ਮਨੁੱਖ ਇਹ ਸਮਝਦਾ ਹੈ ਕਿ ਮੈਂ ਸਾਰੀ ਦਿਹਾੜੀ ਫਲ ਖਾਂਦਾ ਰਵਾਂ, ਫਲੋਹਾਰੀ ਹੋ ਜਾਵਾਂ, ਭਾਵ ਫਲ ਦਾ ਹੀ ਆਹਾਰ ਕਰਾਂ, ਫਲ ਦਾ ਹੀ ਭੋਜਨ ਕਰਾਂ ਤੇ ਇਸ ਵਾਸਤੇ ਮੈਨੂੰ ਬਹੁਤ ਵੱਡਾ ਫਲ ਮਿਲ ਜਾਵੇਗਾ। ਸਤਿਗੁਰੂ ਕਹਿੰਦੇ ਹਨ ਫਲ ਖਲ ਦੇ ਨਾਲ ਕਿਸੇ ਨੂੰ ਕੋਈ ਫਲ ਨਹੀਂ ਮਿਲਦਾ। ਜੇ ਫਲ ਲੈਣਾ ਹੈ ਤੇ ਪ੍ਰਮਾਤਮਾ ਦੇ ਨਾਮ ਰੂਪੀ ਫਲ ਨੂੰ ਚੱਖ, ਫਿਰ ਤੇਰੇ ਜੀਵਨ ਦੇ ਅੰਦਰ ਜਿਹੜਾ ਆਨੰਦ ਆਵੇਗਾ, ਇਹ ਪਦਾਰਥਾਂ ਦਾ ਆਨੰਦ ਜਿਹੜਾ ਹੈ ਇਹ ਕੋਈ ਸਦੀਵੀ ਆਨੰਦ ਥੋੜਾ ਹੈ। ਇਹ ਤਾਂ 2-4 ਦਿਨ ਦੀ ਖੇਡ ਹੈ। ਬੰਦਾ 2-4 ਦਿਨ ਇੱਕੋ ਚੀਜ਼ ਖਾਵੇ ਤੇ ਉਹਦਾ ਮੂੰਹ ਮੁੜ ਜਾਂਦਾ ਹੈ, ਦੁਬਾਰਾ ਉਹਦਾ ਖਾਣ ਨੂੰ ਦਿਲ ਨਹੀਂ ਕਰਦਾ। ਸਤਿਗੁਰੂ ਕਹਿੰਦੇ ਫਲੋਹਾਰ ਕੀਏ ਫਲ ਜਾਏ, ਰਸ ਕਸ ਖਾਏ ਸਾਧ ਗਵਾਏ। ਬੰਦਾ ਫਲਾਂ ਵਿੱਚੋਂ ਬੜਾ ਸਵਾਦ ਮਾਣਦਾ ਹੈ, ਰਸ ਕਸ ਖਾਂਦਾ ਹੈ, ਲੇਕਿਨ ਸਤਿਗੁਰ ਕਹਿੰਦੇ ਹਨ ਜਿਹੜਾ ਮਾਲਕ ਨੇ ਇਹ ਜ਼ਿੰਦਗੀ ਦਿੱਤੀ ਹੈ, ਇਹ ਜੀਵਨ ਦਿੱਤਾ ਹੈ, ਵਰਤ ਆਦਿ ਕਰਮ ਕਾਂਡਾਂ ਵਿੱਚ ਪੈ ਕੇ ਇਸ ਜੀਵਨ ਦਾ ਸਵਾਦ ਮਨੁੱਖ ਗਵਾ ਲੈਂਦਾ ਹੈ। ਕਿਉਂਕਿ ਇਸ ਜੀਵਨ ਦੇ ਅੰਦਰ ਰਸ ਆਉਣਾ ਸੀ ਪਰਮਾਤਮਾ ਦੇ ਨਾਮ ਵਿੱਚੋਂ, ਉਹ ਅਸੀਂ ਲਿਆ ਨਹੀਂ। ਸੰਸਾਰ ਦੇ ਪਦਾਰਥਾਂ ਵਿੱਚੋਂ ਆਨੰਦ ਲੱਭਦੇ ਰਹੇ, ਬਸ ਉਹ 2-4 ਦਿਨ ਦੀ ਖੇਡ ਹੋਈ, ਫਿਰ ਮਨੁੱਖ ਦੀ ਉਹੀ ਹਾਲਤ ਹੋ ਗਈ। ਲੇਕਿਨ ਜਿਨ੍ਹਾਂ ਨੂੰ ਰਸ ਆਇਆ ਪਰਮਾਤਮਾ ਦੇ ਨਾਮ ਵਿੱਚੋਂ, ਫਿਰ ਉਹ ਕਹਿੰਦੇ ਹਨ ਕਿ ਸਾਰੀ ਧਰਤੀ ਭਾਵੇਂ ਉਹਨਾਂ ਨੂੰ ਸੋਨੇ ਦੀ ਕਰਕੇ ਦੇ ਦਿਓ, ਲੇਕਿਨ ਉਹ ਪ੍ਰਮਾਤਮਾ ਦੇ ਨਾਮ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ। ਜਿਨ ਸ਼ਰਧਾ ਲੱਗੀ RAM ਨਾਮ, ਤਿਨ ਦੂਜੇ ਚਿਤ ਨ ਲਾਇਆ RAM। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਮੈ ਅਵਰ ਨ ਭਾਇਆ RAM। ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਵਿੱਚੋਂ ਇੰਨਾ ਰਸ ਆਇਆ, ਕਹਿ ਦਈਏ ਸਾਰੀ ਧਰਤੀ ਤੁਹਾਨੂੰ ਸੋਨੇ ਦੀ ਬਣਾ ਕੇ ਦੇ ਦਿੰਦੇ ਹਾਂ, ਤੂੰ ਛੱਡ ਦੇ ਪ੍ਰਮਾਤਮਾ ਦੇ ਨਾਮ ਨੂੰ। ਲੇਕਿਨ ਨਾਮ ਜਪਣ ਵਾਲਾ ਕਦੀ ਵੀ ਨਾਮ ਨੂੰ ਤਿਆਗਣ ਵਾਸਤੇ ਤਿਆਰ ਨਹੀਂ। ਸਤਿਗੁਰ ਕਹਿੰਦੇ ਰਸ ਖਸ ਖਾਏ ਸਾਧ ਗਵਾਏ। ਮਨੁੱਖ ਸੰਸਾਰ ਦੇ ਪਦਾਰਥਾਂ ਦੇ ਰਸਾਂ ਕਸਾਂ ਵਿੱਚ ਪੈ ਕੇ, ਸਤਿਗੁਰ ਕਹਿੰਦੇ ਜਿਹੜਾ ਜੀਵਨ ਦਾ ਸਵਾਦ ਹੈ, ਪ੍ਰਮਾਤਮਾ ਦੇ ਨਾਮ ਦਾ ਸਵਾਦ ਉਹ ਗਵਾ ਲੈਂਦਾ। ਉਹ ਕਿੰਨੇ ਕੁ ਰਸ ਮਨੁੱਖ ਦੇ ਅੰਦਰ ਪਏ ਹਨ, ਜੇ ਤਾਂ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ੍ਰੀ ਰਾਗ ਦੇ ਅੰਦਰ ਕੀਤਾ। ਕਹਿਣਗੇ ਜਿੱਥੇ ਇੰਨੇ ਰਸ ਪਹਿਲਾਂ ਹੀ ਪਏ ਹੋਣ, ਉੱਥੇ ਪ੍ਰਮਾਤਮਾ ਦਾ ਨਾਮ ਰਸ ਕਦੀ ਵਸ ਨਹੀਂ ਸਕਦਾ। ਕਿੰਨੇ ਕੋ ਰਸ ਕਹਿਣਗੇ ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਕਹਿੰਦੇ ਸਰੀਰ ਦੇ ਵਿੱਚ ਇੰਨੇ ਕੋ ਰਸ ਪਏ ਹਨ, ਬੰਦੇ ਨੂੰ ਰਸ ਸੋਇਨਾ, ਸੋਨੇ ਵਿੱਚੋਂ ਬੜਾ ਰਸ ਆਉਂਦਾ ਹੈ ਕਿ ਮੇਰੇ ਕੋਲ ਜਿੰਨਾ ਜ਼ਿਆਦਾ ਸੋਨਾ ਹੋਵੇਗਾ ਮੈਂ ਅਮੀਰ ਅਖਵਾਵਾ ਜਾਵਾਂਗਾ। ਇੱਕ ਸੋਨੇ ਦਾ ਰਸ ਹੈ, ਰਸ ਸੋਇਨਾ ਰਸ ਰੂਪਾ ਕਾਮਨ। ਜਿਹੜੀ ਇਸਤਰੀ ਹੈ ਉਹਨੂੰ ਸੋਨਾ ਚਾਂਦੀ ਬਹੁਤ ਪਿਆਰਾ ਲੱਗਦਾ ਹੈ, ਖਾਸ ਤੌਰ ਤੇ ਬੜਾ ਸੰਭਾਲ ਕੇ ਬੀਬੀਆਂ ਰੱਖਦੀਆਂ ਹਨ, ਕਿਉਂਕਿ ਇਹ ਵੀ ਇੱਕ ਰਸ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਪਰ ਮਲ ਪਰਾਈ ਮੈਲ। ਕਿਸੇ ਦੀ ਨਿੰਦਿਆ ਕਰਨੀ ਤੇ ਕਿਸੇ ਦੀ ਨਿੰਦਿਆ ਸੁਣਨੀ ਮਨੁੱਖ ਨੂੰ ਬੜਾ ਰਸ ਆਉਂਦਾ ਹੈ, ਬੜਾ ਸਵਾਦ ਆਉਂਦਾ। ਕਹਿੰਦਾ ਅੱਜ ਮੈਂ ਫਲਾਣੇ ਦੀ ਗੱਲ ਕੀਤੀ, ਮਜ਼ਾ ਆ ਗਿਆ। ਜਿੱਥੇ 4 ਬੰਦੇ ਕਿਸੇ ਦੀ ਗੱਲ ਕਰਦੇ ਹੋਣ, ਕੰਨੀ ਕਿਤੇ ਆਵਾਜ਼ ਪੈ ਜਾਵੇ, ਬੰਦਾ ਵਿੱਚ ਜਾ ਕੇ ਖੜਾ ਹੋ ਜਾਂਦਾ ਹੈ, ਕਿਉਂਕਿ ਬੜਾ ਆਨੰਦ ਸਵਾਦ ਆ ਰਿਹਾ। ਤੇ ਜਿੱਥੇ ਰੱਬ ਦੇ ਨਾਮ ਦੀ ਗੱਲ ਹੋਵੇ, ਉੱਥੇ ਬੰਦਾ 2-4 ਪਲ ਵੀ ਖੜਾ ਹੋਣ ਵਾਸਤੇ ਤਿਆਰ ਨਹੀਂ। ਕਹਿੰਦੇ ਇਹ ਤੇ ਫਜ਼ੂਲ ਦੀਆਂ ਗੱਲਾਂ ਹਨ, ਕਿਉਂਕਿ ਸਾਡਾ ਕੰਨਾਂ ਨੂੰ ਆਦਤ ਪੈ ਗਈ ਨਿੰਦਿਆ ਸੁਣਨ ਦੀ, ਆਪਣਾ ਜਸ ਸੁਣਨ ਦੀ ਸਾਨੂੰ ਆਦਤ ਪੈ ਗਈ, ਨਿੰਦਿਆ ਕਰਨ ਦੀ ਆਦਤ ਪੈ ਗਈ। ਇਸੇ ਵਾਸਤੇ ਇਹਦੇ ਵਿੱਚੋਂ ਬੜਾ ਸਵਾਦ ਆਉਂਦਾ ਹੈ। ਕਿਸੇ ਕੋਲ ਘੋੜੇ ਬਹੁਤ ਜ਼ਿਆਦਾ ਹਨ, ਉਹਨੂੰ ਘੋੜਿਆਂ ਵਿੱਚੋਂ ਸਵਾਦ ਆ ਰਿਹਾ, ਮੇਰੇ ਕੋਲ ਤਬੇਲਾ ਬਹੁਤ ਤਗੜਾ ਹੈ। ਕਿਸੇ ਕੋਲ ਹਾਥੀ ਬਹੁਤ ਜ਼ਿਆਦਾ ਹਨ, ਉਹਨੂੰ ਉਹਦੇ ਵਿੱਚੋਂ ਹੀ ਰਸ ਆ ਰਿਹਾ ਹੈ। ਇਸ ਵਾਸਤੇ ਸਤਿਗੁਰ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਨ,
ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ। ਕਿਸੇ ਦਾ ਮਕਾਨ ਬਹੁਤ ਤਗੜਾ, ਉਹਨੂੰ ਉਹਦੇ ਵਿੱਚੋਂ ਰਸ ਆ ਰਿਹਾ ਹੈ। ਕਿਹਦੀ ਸੇਜਾ ਸੋਣ ਦੀ ਬਹੁਤ ਸੋਹਣੀ, ਉਹਨੂੰ ਉਹਦੇ ਵਿੱਚੋਂ ਰਸ ਆ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਤੇ ਰਸ ਸਰੀਰ ਕੇ। ਇਹ ਸਾਰੇ ਰਸ ਸਰੀਰ ਦੇ ਰਸ ਹਨ। ਕਹਿ ਘਟ ਨਾਮ ਨਿਵਾਸ। ਹੁਣ ਇੰਨੀ ਰਸਾਂ ਦੇ ਵਿੱਚ ਨਾਮ ਰਸ ਤਾਂ ਕਦੀ ਨਹੀਂ ਆ ਸਕਦਾ। ਜੇ ਨਾਮ ਰਸ ਨੂੰ ਅੰਦਰ ਪੈਦਾ ਕਰਨਾ ਹੈ, ਇਹਨਾਂ ਸਾਰੇ ਰਸਾਂ ਨੂੰ ਗਵਾਉਣਾ ਪਵੇਗਾ, ਭਾਵ ਇਹਨਾਂ ਨੂੰ ਤਿਆਗਣਾ ਪਵੇਗਾ, ਇਹਨਾਂ ਦਾ ਮੋਹ ਛੱਡਣਾ ਪਵੇਗਾ। ਸਤਿਗੁਰੂ ਕਹਿੰਦੇ ਹਨ, ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ, ਕਲਗੀਧਰ ਪਿਤਾ ਜੀ ਦਾ ਜੀਵਨ ਪੜ੍ਹਦੇ ਹਾਂ, ਗੁਰੂ ਰਾਏ ਪਾਤਸ਼ਾਹ ਜੀਵਨ ਪੜ੍ਹਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਬਹੁਤ ਵੱਡੀ ਫੌਜ ਹੈ, ਸ਼ਸਤਰਧਾਰੀ ਸਤਿਗੁਰੂ ਹਨ, ਸ੍ਰੀ ਅਕਾਲ ਤਖਤ ਸਭ ਤੇ ਬੈਠਦੇ ਹਨ, ਲੇਕਿਨ ਮਨ ਅੰਦਰ ਕਦੀ ਗੁਮਾਨ ਨਹੀਂ, ਕੋਈ ਹੰਕਾਰ ਨਹੀਂ। ਜੇ ਦੌਲੇ ਨੇ ਪੁੱਛਿਆ ਕਿ ਸਤਿਗੁਰੂ ਤੁਸੀਂ ਤੇ ਫਕੀਰਾਂ ਦੀ ਗੱਦੀ ਉੱਤੇ ਬੈਠੇ ਹੋ, ਲੇਕਿਨ ਤੁਸੀਂ ਪਰਿਵਾਰ ਵਾਲੇ ਵੀ, ਤੁਸੀਂ ਗ੍ਰਸਤੀ ਹੋ, ਤੁਹਾਡੇ ਕੋਲ ਫੌਜਾਂ ਹਨ, ਧਨ ਪਦਾਰਥ ਬਹੁਤ ਜ਼ਿਆਦਾ ਹੈ, ਤੁਹਾਡੇ ਪੁੱਤਰ ਹਨ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਕਿ ਇਹ ਮਾਇਆ ਗੁਜਰਾਨ, ਪੁੱਤਰ ਨਿਸ਼ਾਨ ਤੇ ਔਰਤ ਈਮਾਨ। ਬਸ ਮਾਇਆ ਗੁਜ਼ਾਰੇ ਤੱਕ ਸੀਮਤ ਹੈ, ਇਹਨੂੰ ਗੁਜ਼ਾਰਾ ਵਾਸਤੇ ਸਮਝਣਾ ਹੈ। ਜਿਹਦੇ ਸਿਰ ਤੇ ਚੜ੍ਹ ਕੇ ਬੋਲਦੀ ਹੈ, ਉਹਦੇ ਬਾਰੇ ਤਾਂ ਬਾਣੀ ਅੰਦਰ ਸਤਿਗੁਰੂ ਕਹਿੰਦੇ ਹਨ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨ ਸੁਣਈ ਬਹੁ ਰੋਲ ਕਝੋਲਾ। ਜਿਹੜਾ ਮਾਇਆ ਧਾਰੀ ਬੰਦਾ ਹੈ, ਉਹ ਅੰਨਾ ਵੀ ਹੈ, ਉਹ ਬੋਲਾ ਵੀ ਹੈ, ਕਿਉਂਕਿ ਉਹਨੂੰ ਨਾ ਤਾਂ ਉਹ ਗੁਰੂ ਦਾ ਦੀਦਾਰ ਕਰਦਾ ਹੈ। ਬਹੁਤ ਘੱਟ ਐਸੇ ਜੀਵ ਹਨ ਜਿਹੜੇ ਜੀਵਨ ਅੰਦਰ ਮਿਲੇ, ਜਿਨ੍ਹਾਂ ਕੋਲ ਪੈਸੇ ਦਾ ਕੋਈ ਅੰਤ ਨਹੀਂ, ਕਰੋੜਾਪਤੀ ਹਨ, ਲੇਕਿਨ ਜਿੰਨਾ ਪੈਸਾ ਉਹਨਾਂ ਕੋਲ ਜ਼ਿਆਦਾ, ਉਨੀ ਨਿਮਰਤਾ ਹੱਦ ਉਹਨਾਂ ਕੋਲ ਹੈ। ਰੋਜ਼ ਗੁਰੂ ਦਾ ਦੀਦਾਰ ਕਰਨਾ, ਰੋਜ਼ ਗੁਰੂ ਦੀ ਬਾਣੀ ਪੜ੍ਹਨੀ, ਆਪਣੇ ਕੰਮ ਧੰਦੇ ਜਾਣੇ ਤੇ ਗੁਰੂ ਦਾ ਦੀਦਾਰ ਕਰਕੇ ਜਾਣਾ। ਲੇਕਿਨ ਇਹ ਮਨੁੱਖ ਜਿਹੜੇ ਐਸੇ ਹਨ, ਇਹ ਉਂਗਲਾਂ ਤੇ ਗਿਣੇ ਜਾਣ ਵਾਲੇ ਹਨ। ਬਹੁਤਾਂਤ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੇ ਕੋਲ ਮਾਇਆ ਦੀ ਕੋਈ ਥੋੜ ਨਹੀਂ, ਲੇਕਿਨ ਉਹ ਗੁਰੂ ਦਾ ਸ਼ਬਦ ਵੀ ਸੁਣਨ ਵਾਸਤੇ ਤਿਆਰ ਨਹੀਂ, ਉਹ ਗੁਰੂ ਦਾ ਸ਼ਬਦ ਆਪਣੇ ਮੁਖ ਤੋਂ ਕਹਿਣ ਵਾਸਤੇ ਵੀ ਤਿਆਰ ਨਹੀਂ, ਗੁਰੂ ਦਾ ਦੀਦਾਰ ਕਰਨ ਵਾਸਤੇ ਤਿਆਰ ਨਹੀਂ। ਉਹਨਾਂ ਦੇ ਪ੍ਰਥਾਏ ਸਤਿਗੁਰੂ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨ ਸੁਣਈ ਬਹੁ ਰੋਲ ਕਝੋਲਾ। ਬਸ ਉਹਦੇ ਅੰਦਰ ਤਾਂ ਇੱਕ ਰੌਲਾ ਜਿਹਾ ਪਿਆ ਹੰਕਾਰ ਦਾ, ਇਸ ਬਾਤ ਨੂੰ ਕੋਈ ਸੁਣਦਾ ਹੀ ਨਹੀਂ ਹੈ। ਬੰਦਾ ਕੁਝ ਪੜ੍ਹਨ ਦਾ ਯਤਨ ਕਰੇ ਤੇ ਬਾਹਰ ਟ੍ਰੈਫਿਕ ਦੀ ਆਵਾਜ਼ ਬਹੁਤ ਜ਼ਿਆਦਾ ਹੋਵੇ ਤੇ ਬੰਦਾ ਅੰਦਰ ਵੜ ਕੇ ਬਾਰੀਆਂ ਬੰਦ ਕਰਕੇ ਪੜ੍ਹਦਾ ਹੈ, ਕਿਉਂਕਿ ਰੌਲੇ ਅੰਦਰ ਕੁਝ ਸੁਣਿਆ ਨਹੀਂ ਜਾਂਦਾ। ਤੇ ਜਿਹਦੇ ਅੰਦਰ ਹਉਮੈ ਦਾ ਇੰਨਾ ਖੜਾਕ ਹੋ ਰਿਹਾ ਹੈ, ਜਿਹਨੂੰ ਬਾਣੀ ਅੰਦਰ ਸਤਿਗੁਰੂ ਕਹਿੰਦੇ ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਸਾਡੇ ਅੰਦਰ ਹੰਕਾਰ ਦਾ ਇੰਨਾ ਕੋ ਰੌਲਾ ਹੈ ਕਿ ਗੁਰੂ ਦਾ ਸ਼ਬਦ ਸੁਣਦਾ ਨਹੀਂ, ਸਾਰੀ ਜ਼ਿੰਦਗੀ ਇੱਦਾਂ ਹੀ ਲੰਘ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਪਰਮਾਤਮਾ ਦੇ ਨਾਮ ਰਸ ਦੇ ਸਵਾਦ ਨੂੰ ਮਾਣਿਆ ਨਹੀਂ, ਉਹ ਕੇਵਲ ਸੰਸਾਰ ਦੇ ਰਸਾਂ ਕਸਾਂ ਅੰਦਰ ਖੁੱਭੇ ਰਹਿੰਦੇ ਹਨ। ਰਸ ਕਸ ਖਾਏ ਸਾਧ ਗਵਾਏ, ਕੂੜ ਲਾਲਚ ਲਪਟੈ ਲਪਟਾਏ। ਉਹ ਫਿਰ ਇਹ ਜਿਹੜਾ ਕੂੜਾ ਲਾਲ ਝੂਠਾ ਲਾਲਚ ਹੈ, ਝੂਠਾ ਲੋਭ ਹੈ, ਸਤਿਗੁਰੂ ਕਹਿੰਦੇ ਇਹਦੇ ਅੰਦਰ ਹੀ ਉਹ ਲਪਟੇ ਰਹਿੰਦੇ ਹਨ, ਭਾਵ ਇਹਦੇ ਅੰਦਰ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਨ। ਉਹਨਾਂ ਦੇ ਅੰਦਰ ਲੋਭ ਇੰਨਾ ਕੋ ਪ੍ਰਬਲ ਹੋ ਜਾਂਦਾ ਹੈ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜਿਹਦੇ ਨਾਲ ਮੈਂ ਲੱਗਾ ਪਿਆ ਹਾਂ, ਇਹ ਤਾਂ ਅੱਜ ਭਲ ਕੇ ਇਹ ਬਿਨਸ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ। ਇਸੇ ਵਾਸਤੇ ਸਤਿਗੁਰ ਕਹਿੰਦੇ ਹਨ, ਲੋਭੀ ਬੰਦੇ ਦੀ ਹਾਲਤ ਪਤਾ ਕਿਦਾਂ ਦੀ ਹੈ ਕਿ ਦੁਆਰੈ ਦੁਆਰ ਸੁਆਣ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਲੋਭੀ ਬੰਦੇ ਦੀ ਹਾਲਤ ਇਦਾਂ ਦੀ ਹੈ ਜਿਵੇਂ ਕੁੱਤਾ ਦਰ ਦਰ ਉੱਤੇ ਜਾਂਦਾ ਭਟਕਦਾ ਹੈ, ਉਹਨੂੰ ਕਿਤੋਂ ਖੈਰ ਨਹੀਂ ਪੈਂਦੀ। ਬਸ ਲੋਭੀ ਬੰਦਾ ਵੀ ਜਿਹਦੇ ਮਨ ਵਿੱਚ ਲਾਲਚ ਹੈ, ਜੋ ਗੁਰੂ ਘਰ ਵੀ ਆਇਆ, ਇੱਥੋਂ ਕੁਝ ਨਹੀਂ ਮਿਲਿਆ ਤੇ ਛੱਡ ਕੇ ਮਸੀਤ ਤੇ ਮੱਥਾ ਟੇਕ ਦਿੱਤਾ, ਕਬਰਾਂ ਤੇ ਮੱਥਾ ਟੇਕ ਦਿੱਤਾ, ਕਿਸੇ ਹੋਰ ਜਾ ਕੇ ਸਿਰ ਨਵਾ ਦਿੱਤਾ, ਕਿਉਂਕਿ ਇਹ ਲੋਭੀ ਬੰਦੇ ਦੀ ਬਿਰਤੀ ਹੈ। ਔਰ ਲੋਭੀ ਬੰਦੇ ਬਾਰੇ ਤਾਂ ਸਤਿਗੁਰ ਨੇ ਇੱਥੋਂ ਤੱਕ ਬਚਨ ਕਰ ਦਿੱਤੇ ਕਿ ਲੋਭੀ ਬੰਦੇ ਦਾ ਕਦੀ ਵਸਾਹ ਨਾ ਕਰੋ, ਕਿਉਂਕਿ ਇਹ ਆਪਣੇ ਨੂੰ ਵੀ ਨੁਕਸਾਨ ਕਰਨ ਦਾ ਕਦੀ ਗੁਰੇਜ਼ ਨਹੀਂ ਕਰਦਾ।
ਲੋਭੀ ਕਾਵੇ ਸਉ ਨ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਧੂਹੈ, ਜਿੱਥੇ ਹੱਥ ਨ ਪਾਏ। ਅਖੀਰ ਵੇਲੇ ਲੋਭੀ ਬੰਦਾ ਮਨੁੱਖ ਨੂੰ ਉੱਥੇ ਸੁੱਟ ਦਿੰਦਾ ਹੈ ਜਿੱਥੇ ਮਨੁੱਖ ਦਾ ਕੋਈ ਵਾਸ ਹੀ ਨਹੀਂ ਚੱਲਦਾ। ਇਸ ਵਾਸਤੇ ਸਤਿਗੁਰੂ ਕਹਿੰਦੇ ਬੰਦਾ ਜਿਹੜਾ ਲੱਗਾ ਹੈ ਇਹ ਕੂੜੇ ਲਾਲਚ ਵਿੱਚ ਲੱਗਾ ਹੈ, ਝੂਠੇ ਲਾਲਚ ਵਿੱਚ ਲੱਗਾ ਹੈ, ਫਿਰ ਲਪਟਾ ਲਪਟਾਏ, ਲਪਟਿਆ ਪਿਆ ਹੈ, ਚਿਮੜਿਆ ਪਿਆ ਹੈ, ਸਮਝਦਾ ਹੈ ਇਹ ਸਭ ਕੁਝ ਜਿਹੜਾ ਹੈ ਇਹ ਮੇਰਾ ਹੈ, ਇਹ ਨਾਲ ਜਾਣ ਵਾਲਾ ਹੈ। ਤੇ ਸਤਿਗੁਰੂ ਕਹਿੰਦੇ ਹਨ ਇਹ ਕੂੜੇ ਲਾਲਚ ਤੋਂ ਖਲਾਸੀ ਕਿਹਨਾਂ ਨੂੰ ਮਿਲਦੀ ਹੈ? ਛੂਟੈ ਗੁਰਮੁਖ ਸਾਚ ਕਮਾਏ। ਇੱਥੇ ਗੁਰਮੁਖ ਤੋਂ ਭਾਵ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਫਿਰ ਇਹ ਕੂੜੇ ਲਾਲਚ ਤੋਂ ਉਹਨਾਂ ਦਾ ਖਹਿੜਾ ਛੁੱਟ ਜਾਂਦਾ ਹੈ। ਛੂਟੇ ਭਾਵ ਉਹਨਾਂ ਦੇ ਮਨ ਜਿਹੜਾ ਹੈ ਇਸ ਕੂੜ ਦੇ ਝੂਠੇ ਲਾਲਚ ਵਿੱਚ ਨਹੀਂ ਪੈਂਦਾ। ਲਾਲਚ ਉਹਨਾਂ ਨੂੰ ਵੀ ਹੈ, ਲੇਕਿਨ ਉਹਨਾਂ ਨੂੰ ਇਹ ਲਾਲਚ ਹੈ ਕਿ ਵੱਧ ਤੋਂ ਵੱਧ ਪਰਮਾਤਮਾ ਦੇ ਨਾਮ ਨੂੰ ਇਕੱਠਾ ਕਰ ਲਵਾਂ। ਜਿਹਨੂੰ ਭਗਤ ਕਬੀਰ ਜੀ ਕਹਿੰਦੇ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਗੇ ਜਾਂ ਪ੍ਰਾਣ ਜਾਹੇਂਗੇ ਛੂਟ। ਜੇ ਕੁਝ ਲੁੱਟਣਾ ਹੈ ਤੇ ਸੰਸਾਰ ਦੇ ਧਨ ਨਾਲ ਲੁੱਟ, ਲੁੱਟਣਾ ਹੈ ਤੇ ਪ੍ਰਮਾਤਮਾ ਦੇ ਨਾਮ ਨੂੰ ਲੁੱਟ, ਕਿਉਂਕਿ ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ ਫਿਰ ਤਾਂ ਕੁਝ ਹੋਣਾ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਹਨ ਛੂਟੇ ਗੁਰਮੁਖ ਸਾਚ ਕਮਾਏ। ਜਿਹੜੇ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਨ, ਗੁਰੂ ਦਾ ਉਪਦੇਸ਼ ਧਾਰਨ ਕਰਦੇ ਹਨ, ਸਾਚ ਤੋਂ ਭਾਵ ਸਦਾ ਥੀ ਰਹਿਣ ਵਾਲਾ ਪ੍ਰਮਾਤਮਾ ਜਿਹੜਾ ਹੈ ਕਮਾਏ, ਉਹਦੇ ਉਪਦੇਸ਼ ਨੂੰ ਕਮਾਉਂਦੇ ਹਨ। ਫਿਰ ਉਹ ਜਿਹੜੇ ਹਨ ਲਾਲਚ ਤੋਂ, ਝੂਠੇ ਕੂੜੇ ਲਾਲਚ ਤੋਂ ਬਾਹਰ ਨਿਕਲ ਕੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ। ਇਸੇ ਵਾਸਤੇ ਸਤਿਗੁਰੂ ਕਹਿੰਦੇ ਨੇ ਗੁਰੂ ਚਰਨਾਂ ਵਿੱਚ ਇੱਕ ਅਰਦਾਸ ਕਰਿਆ ਕਰੀਏ ਕਿ ਬਿਨ ਤੁਧ ਹੋਰ ਜ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਜਿਨ੍ਹਾਂ ਦੇ ਕੋਲ ਨਾਮ ਆ ਗਿਆ, ਸਬਰ ਆ ਗਿਆ, ਸੰਤੋਖ ਆ ਗਿਆ, ਫਿਰ ਉਹਨਾਂ ਦਾ ਜਿਹੜਾ ਮਨ ਹੈ ਸੰਸਾਰ ਦੇ ਪਦਾਰਥਾਂ ਵੱਲੋਂ ਰੱਜ ਜਾਂਦਾ ਹੈ। ਸਤਿਗੁਰ ਕਿਰਪਾ ਕਰਨ। ਇੱਕ ਪਦੇ ਦੀ ਵਿਚਾਰ ਅੱਜ ਹੋਈ ਹੈ, ਬਾਕੀ ਸ਼ਬਦਾਂ ਪਦੇ ਵਿਚਾਰ ਸਤਿਗੁਰ ਕਿਰਪਾ ਨਾਲ ਆਉਣ ਵਾਲੇ ਦਿਨ ਅੰਦਰ ਕਰਾਂਗੇ ਜੀ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭ ਮਾਈ ਭਾਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ